ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਵਤ ਭੀਰ ਸਖਤ ਸਿਮਰਨ ਕੀ ਕਟੀ ਕਾਲ ਭੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਿਨਾਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਆਪਣੇ ਉੱਤੇ ਇਹਨਾਂ ਨੇ ਵਿਚਾਰਾਂ ਫੁਰਨਿਆਂ ਦਾ ਜਾਲ ਪਾਇਆ, ਜੋ ਕਾਲ ਸਾਨੂੰ ਸ਼ਬਦ ਭਗਤੀ ਤੋਂ ਵਾਂਝਾ ਰੱਖਣ ਦੇ ਵਿੱਚ ਦਿਨ ਦਿਨ ਕਰਕੇ ਕਾਮਯਾਬ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦਾ ਇੱਕ ਹੀ ਇਲਾਜ ਹੈ ਕਿ ਜਦੋਂ ਭਗਤਾਂ ਦੀ ਭੀੜ ਇਕੱਠੇ ਹੋ ਕੇ ਸਿਮਰਨ ਦਾ ਜਾਪ ਕਰੇਗੀ, ਭਗਵਤ ਭੀਰ ਸਖਤ ਸਿਮਰਨ ਕੀ। ਮਹਾਰਾਜ ਕਹਿੰਦੇ ਜਦੋਂ ਸ਼ਕਤੀ ਸਿਮਰਨ ਤੋਂ ਲੈ ਕੇ ਭਗਤਾਂ ਦੀ ਭੀੜ ਇਕੱਠੇ ਹੋ ਕੇ ਜਾਪ ਕਰੇਗੀ ਤੇ ਇਸ ਕਾਇਆ ਦਾ ਕਾਲ ਦਾ ਜਿਹੜਾ ਜਾਲ ਖਤਮ ਹੋ ਜਾਂਦਾ ਹੈ। ਬੰਦ ਕਰ ਦਿਓ, ਮੈਨੂੰ ਲੱਗਦਾ ਪਹਿਲੋਂ ਵੀ ਖਰਾਬੀ ਹੈ ਕੋਈ, ਏਸੀ ਬੰਦ ਕਰ ਦਿਓ, ਖਰਾਬੀ ਜ਼ਿਆਦਾ ਨਾ ਵੱਧ।
कहते कटी काल भै फासी दास कमीर चढ़ियो गढ़ ऊपर राज लियो विनासी। ਆਪਾਂ ਨੂੰ ਅਵਿਨਾਸੀ ਰਾਜ ਦਾ ਤਰੀਕਾ ਦੱਸਿਆ ਹੈ। ਕਹਿੰਦੇ ਇੱਕ ਤਾਂ ਦੇਖੋ ਗੁਰਮੁਖ ਪਿਆਰਿਓ, ਆਪਾਂ ਘਰਾਂ ਦੇ ਵਿੱਚ ਬੈਠ ਕੇ ਆਪ ਦੇ ਤਰੀਕਿਆਂ ਦੇ ਨਾਲ ਸ਼ਬਦ ਦਾ ਅਭਿਆਸ ਕਰਦੇ ਹਾਂ। ਉੱਥੇ ਕਈ ਵਾਰੀ ਸਾਡਾ ਮਨ ਲੱਗਦਾ ਹੈ, ਕਈ ਵਾਰੀ ਸਾਡਾ ਮਨ ਨਹੀਂ ਲੱਗਦਾ। ਪਰ ਜਿਹੜਾ ਸੰਗਤ ਦਾ ਮਹੱਤਵ ਦੱਸਿਆ ਸਤਿਗੁਰੂ ਜੀ ਨੇ, ਸਭ ਸੁਰਤੀ ਮਿਲ ਸੁਰਤ ਪਾਈ, ਸਭ ਕੀਮਤ ਮਿਲ ਕੀਮਤ ਪਾਈ। ਜਦੋਂ ਸਾਰੀਆਂ ਸੁਰਤੀਆਂ ਮਿਲ ਕੇ ਇੱਕ ਸ਼ਬਦ ਦਾ ਅਭਿਆਸ ਕਰਦੇ ਨੇ ਤੇ ਸਾਰਿਆਂ ਦੀ ਕੀਮਤ ਇੱਕ ਹੋ ਜਾਂਦੀ ਹੈ। ਜਿਵੇਂ ਇਕੱਲਾ ਜੀਵ 1 ਘੰਟਾ ਸਿਮਰਨ ਕਰ ਲੈਂਦਾ ਹੈ ਤੇ ਜੇ 10 ਗੁਰਮੁਖ ਰਲ ਕੇ 1 ਘੰਟਾ ਕਰ ਲੈਣ ਤੇ ਉਹ 10 ਘੰਟੇ ਦਾ ਲਾਹਾ ਮੰਨਿਆ ਜਾਂਦਾ ਹੈ। ਹੁਣ ਮਹਾਰਾਜ ਜੀ ਕਹਿੰਦੇ ਵੀ ਭਗਵਤ ਭੀਰ ਸਖਤ ਸਿਮਰਨ ਕੀ। ਆਪਣੇ ਅੰਦਰ ਇੰਨੀ ਅਗਿਆਨਤਾ ਪੰਜਾਂ ਦੂਤਾਂ ਨੇ ਪਾਈ ਹੋਈ ਹੈ। ਵੇਖੋ ਵੀ ਆਪਾਂ ਨੂੰ ਛੋਟੇ ਛੋਟੇ ਵਿਚਾਰ ਪਰਿਵਾਰ ਦੇ ਵਿੱਚ ਰਲ ਮਿਲ ਕੇ ਬੈਠਣ ਨਹੀਂ ਦਿੰਦੇ। ਜੇਕਰ ਪਰਿਵਾਰ ਦੇ ਵਿੱਚ 5 ਗੁਰਮੁਖ 5 ਜੀ ਰਹਿੰਦੇ ਹੈ, ਹਰ ਜੀ ਦਾ ਵਿਚਾਰ ਵੱਖੋ ਵੱਖਰਾ ਹੈ। ਕਿਉਂਕਿ ਸਾਡੇ ਮਨ ਜਿਹੜੇ ਨੇ, ਕੋਈ ਕਿਸੇ ਜੂਨ ਚੋਂ ਆਇਆ, ਕੋਈ ਕਿਸੇ ਜੂਨ ਦੇ ਵਿੱਚੋਂ ਆਇਆ। ਸਾਡਾ ਮਨ ਹੋ ਸਕਦਾ ਹੈ ਦੇਵਲੋਕ ਵਿੱਚੋਂ ਆਇਆ ਹੋਵੇ, ਸਾਡੇ ਮਾਤਾ ਦਾ ਮਨ ਆਕਾਸ਼ ਲੋਕ ਵਿੱਚੋਂ ਆਇਆ ਹੋਵੇ। ਇਹ 4 ਲੋਕਾਂ ਦੇ ਵਿੱਚੋਂ ਇਸ ਧਰਤੀ ਤੇ ਉੱਪਰ ਆ ਕੇ ਇਨਸਾਨ ਇਕੱਤਰ ਹੁੰਦੇ ਨੇ। ਪਤਾਲ ਲੋਕ ਦੇ ਵਿੱਚੋਂ ਜਿਹੜੇ ਰੂਹਾਂ ਆ ਕੇ ਮਾਨਸ ਜਾਮਾ ਧਾਰਨ ਕਰਦੀਆਂ ਨੇ, ਉਹਨਾਂ ਦਾ ਮਨ ਤਮੋਗੁਣੀ ਹੁੰਦਾ ਹੈ। ਭਾਵ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਦਵੈਤ ਦੇ ਨਾਲ ਭਰੇ ਹੋਏ। ਸਿਮਰਨ ਤਾਂ ਦੂਰ ਦੀ ਗੱਲ, ਵੀ ਜਿਹੜੇ ਦੁਨਿਆਵੀ ਬਚਨ ਨੇ ਉਹ ਵੀ ਬਹੁਤ ਫੇਕੇ ਕਰਦੇ। ਦੂਜੇ ਜਿਹੜੇ ਹੁੰਦੇ ਆ ਭੂਮ ਲੋਕ ਦੇ ਵਿੱਚੋਂ ਆਉਂਦੇ ਆ, ਉਹ ਰਜੋਗੁਣੀ ਮਨ ਹੁੰਦੇ ਆ। ਹਰ ਵਕਤ ਆਪ ਦੀ ਜ਼ਮੀਨ ਜਾਇਦਾਦ ਧਨ ਵਪਾਰ ਦੀਆਂ ਗੱਲਾਂ ਆਸਾ ਮਨਸਾ ਦੇ ਵਿੱਚ ਰਹਿੰਦੇ। ਤੀਸਰੇ ਜੀਵ ਜਿਹੜੇ ਹੁੰਦੇ ਆ ਉਹ ਆਕਾਸ਼ ਲੋਕ ਦੇ ਵਿੱਚੋਂ ਆਉਂਦੇ ਆ, ਉਹ ਸਤੋਗੁਣੀ ਹੁੰਦੇ ਆ। ਜਿਹੜੇ ਜਤੀ ਸਤੀ ਸੰਜਮ ਦਾਨੀ ਪੁੰਨੀ ਹੁੰਦੇ ਆ। ਔਰ ਚੌਥੇ ਜਿਹੜੇ ਗੁਰਮੁਖ ਹੁੰਦੇ ਆ ਉਹ ਦੇਵਲੋਕ ਦੇ ਵਿੱਚੋਂ ਆਉਂਦੇ, ਜਿਨ੍ਹਾਂ ਨੇ ਇੱਥੇ ਆ ਕੇ ਨਾਮ ਦਾ ਸੱਚ ਦਾ ਲਾਹਾ ਲੈਣਾ ਹੁੰਦਾ। ਹੁਣ ਆਪਣੇ ਪਰਿਵਾਰਕ ਮੈਂਬਰ ਜਿਹੜੇ ਨੇ, ਆਪਾਂ ਉਹਨਾਂ ਨੂੰ ਸ਼ਕਲੋਂ ਤਾਂ ਪਹਿਚਾਣ ਕਰਦੇ ਹਾਂ, ਪਰ ਜਿਹੜਾ ਉਹਨਾਂ ਦੇ ਵਿੱਚ ਵਸਣ ਵਾਲਾ ਮਨ ਹੈ, ਉਹ ਪਤਾ ਨਹੀਂ ਕਿਹੜਾ ਕਿਸ ਦੀ ਜੂਨ, ਕਿਹੜੀਆਂ ਜੂਨਾਂ ਦੇ ਵਿੱਚੋਂ ਆਇਆ ਹੋਇਆ। ਜਦੋਂ ਫਿਰ ਸਾਡਾ ਇੱਥੇ ਅਸੀਂ ਆ ਕੇ ਪਰਿਵਾਰ ਦੇ ਵਿੱਚ ਇੱਕ ਰੂਪ ਦੇ ਵਿੱਚ ਇਕੱਠੇ ਹੁੰਨੇ ਆ, ਵੱਖੋ ਵੱਖਰੀਆਂ ਜੂਨਾਂ ਚੋਂ ਆਏ ਹੋਣ ਕਰਕੇ, ਵੱਖੋ ਵੱਖਰੀ ਭਗਤੀ ਹੋਣ ਕਰਕੇ ਸਾਡਾ ਇੱਕ ਦੂਜੇ ਦੇ ਨਾਲ ਵਿਚਾਰਾਂ ਦਾ ਟਕਰਾਅ ਹੋ ਜਾਂਦਾ ਹੈ। ਪਿਤਾ ਕਹਿੰਦਾ ਹੈ, ਪਿਤਾ ਆਪਦੇ ਜੂਨਾਂ ਦੇ ਮੁਤਾਬਕ, ਆਪਦੇ ਪਿਛੋਕੜ ਦੇ ਮੁਤਾਬਕ ਉਹੋ ਜਿਹੇ ਬਚਨ ਕਰੇਗਾ। ਜੇਕਰ ਪਿਤਾ ਪਤਾਲ ਲੋਕ ਦੀਆਂ ਤਮੋਂ ਦੀਆਂ ਜੂਨਾਂ ਵਿੱਚੋਂ ਆਇਆ, ਉਸਨੇ ਨਾਮ ਸਿਮਰਨ ਅਭਿਆਸ ਤਾਂ ਦੂਰ ਦੀ ਗੱਲ, ਦੁਨਿਆਵੀ ਤੌਰ ਤੇ ਵੀ ਨਹੀਂ ਉਹਨੇ ਕੋਈ ਮਿੱਠੇ ਬਚਨ ਬੋਲਣੇ। ਉਹਨੇ ਨਸ਼ੇ ਦੀ ਗੱਲ ਕਰਨੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੱਲ ਕਰਨੀ ਹੈ, ਉਸੇ ਦੇ ਮੁਤਾਬਕ ਬਚਨ ਕਰੇਗਾ। ਤੇ ਜਿਹੜੀ ਸਾਡੀ ਮਾਤਾ ਹੈ, ਜੇ ਮਾਤਾ ਦਾ ਸੰਯੋਗ ਹੋਇਆ ਆਕਾਸ਼ ਲੋਕ ਵਿੱਚੋਂ, ਉਨੀ ਸਤੋਗੁਣੀ ਹੋਈ। ਅਸੀਂ ਕਹਿੰਦੇ ਹਾਂ ਵੀ ਪਿਤਾ ਜੀ ਦਾ ਸੁਭਾਅ ਇਸ ਤਰ੍ਹਾਂ ਦਾ ਹੈ, ਪਰ ਸਾਡੇ ਮਾਤਾ ਜੀ ਬਹੁਤ ਸਹਿਜ ਵਾਲੇ। ਗੁਰਬਾਣੀ ਗੁਰੂ ਉਹਦਾ ਅਰਥ ਦੱਸਦੇ ਆ ਵੀ ਜਿਹੜੀ ਮਾਤਾ ਦਾ ਮਨ ਹੈ ਉਹ ਵੱਖਰੀਆਂ ਜੂਨਾਂ ਵਿੱਚੋਂ ਲਿਆ ਕੇ ਇੱਥੇ ਇਕੱਤਰ ਕਰ ਦਿੱਤਾ ਹੈ, ਪਿਤਾ ਦਾ ਵੱਖਰੀਆਂ ਚੋਂ ਕਰ ਦਿੱਤਾ ਹੈ। ਤੇ ਇੱਥੇ ਜਦੋਂ ਫਿਰ ਆਪਸ ਦੇ ਵਿੱਚ ਕਲਯੁਗ ਮੈਂ ਧੜੇ ਪੰਚ ਚੋਰ ਚਗਰਾਏ ਕਾਮ ਕ੍ਰੋਧ ਲੋਭ ਅਭਿਮਾਨ ਵਧਾਏ, ਆਪਸ ਦੇ ਵਿੱਚ ਧੜੇ ਬਣ ਜਾਂਦੇ ਆ। ਹੁਣ ਜਿਸ ਪਰਿਵਾਰ ਦੇ ਵਿੱਚ ਇੱਕ ਦੂਜੇ ਦੇ ਨਾਲ ਵਿਚਾਰਾਂ ਦਾ ਟਕਰਾਅ ਹੋ ਗਿਆ, ਵਿਚਾਰਾਂ ਦੀ ਸਹਿਮਤੀ ਨਹੀਂ, ਉੱਥੇ ਕਲੇਸ਼ ਖੜਾ ਹੋ ਜਾਂਦਾ। ਜਦੋਂ ਕਲੇਸ਼ ਆ ਗਿਆ ਤੇ ਫਿਰ ਜੋ ਸਾਡੇ ਘਰ ਦਾ ਪੈਸੇ ਦਾ ਆਰਥਿਕ ਤੌਰ ਦਾ ਉਹ ਵੀ ਘਾਟਾ ਸ਼ੁਰੂ ਹੋ ਜਾਂਦਾ। ਤੇ ਜਦੋਂ ਇਸ ਤਰ੍ਹਾਂ ਦੀ ਦੁਬਿਧਾ ਬਣ ਜਾਂਦੀ ਹੈ, ਫਿਰ ਅਸੀਂ ਅਗਿਆਨਤਾ ਵਸ ਕਦੇ ਕੋਈ ਉਪਾਅ ਕਰਦੇ ਆ, ਕਦੇ ਕਿਸੇ ਅਗਿਆਨੀ ਜੀਵ ਕੋਲ ਜਾਂਦੇ ਆ, ਕਦੇ ਮੜੀਆਂ ਤੇ ਜਾਂਦੇ ਆ, ਕਦੇ ਮਸਾਣੀਆਂ ਤੇ ਜਾਂਦੇ ਆ। ਜੀ ਸਾਡੇ ਘਰ ਕਲੇਸ਼ ਬੜਾ ਰਹਿੰਦਾ।
ਸਾਡੇ ਘਰ ਪੈਸੇ ਦੀ ਬਰਕਤ ਨਹੀਂ ਹੈਗੀ, ਪਰ ਇਹ ਸਾਨੂੰ ਪਤਾ ਨਹੀਂ ਵੀ ਇਹ ਖੇਲ ਕੀ ਚੱਲਦਾ ਪਿਆ, ਵੀ ਅਸੀਂ ਕਿਸ ਤਰ੍ਹਾਂ ਵੱਖੋ ਵੱਖਰੀਆਂ ਜੂਨਾਂ ਦੇ ਵਿੱਚੋਂ ਲਿਆ ਕੇ ਸਤਿਗੁਰਾਂ ਨੇ ਸਾਨੂੰ ਇਕੱਠੇ ਕਰ ਦਿੱਤਾ ਹੈ। ਤੇ ਜੇ ਅਸੀਂ ਸ਼ਬਦ ਗੁਰੂ ਦੇ ਧਾਰਨੀ ਹੋ ਜਾਈਏ ਤੇ ਬੇਸ਼ੱਕ ਕੋਈ ਕਿਸੇ ਵੀ ਜੂਨ ਦੇ ਵਿੱਚੋਂ ਆਇਆ, ਉਹਦੇ ਵਿਚਾਰ ਇੱਕ ਹੋ ਜਾਂਦੇ ਆ। ਕਿਉਂਕਿ ਸਤਿਗੁਰ ਜੀ ਨੇ ਕਿਹਾ ਜਿਹੜੀ ਦੁਬਿਧਾ ਦੂਰ ਹੋਣੀ ਹੈ, ਨਾ ਤਾਂ ਉਹ ਕਿਸੇ ਮੜੀ ਮਸਾਣੀ ਤੋਂ, ਨਾ ਕਿਸੇ ਧਾਗੇ ਤਵੀਤ ਨਾਲ, ਨਾ ਕੋਈ ਜਲ ਬਣਵਾਇਆ ਹੋਣੀ, ਨਾ ਕੋਈ ਸੰਗਰਾਂਦ ਮੱਸਿਆ ਨਾਤਿਆਂ ਹੋਣੀ ਹੈ। ਉਹ ਤਾਂ ਮਨ ਦੇ ਵਿੱਚ ਜਦੋਂ ਸਹਿਜ ਆਏਗੀ ਉਦੋਂ ਦੁਬਿਧਾ ਖਤਮ ਹੋਣੀ। ਉਹ ਹੋਣੀ ਕਿਵੇਂ ਹੈ? ਕਿਵੇਂ ਕਹਿੰਦੇ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ, ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ। ਜੇ ਇੱਕ ਪਰਿਵਾਰ ਸਾਰਾ ਰਲ ਮਿਲ ਕੇ ਸੁਬਾਹ ਤੇ ਸ਼ਾਮ, ਸੁਬਾਹ ਕਰਮ ਕਰਨ ਤੋਂ ਪਹਿਲਾਂ ਆਪੋ ਆਪਦੇ ਕਰਮ ਤੇ ਸਾਰਿਆਂ ਨੇ ਜਾਣਾ ਹੁੰਦਾ। ਬੱਚਿਆਂ ਨੇ ਪੜ੍ਹਾਈ ਕਰਨ ਜਾਣਾ ਹੈ, ਮਾਤਾ ਨੇ ਘਰ ਗ੍ਰਸਤ ਦਾ ਕਾਰਜ ਕਰਨਾ ਹੈ, ਪਿਤਾ ਨੇ ਬਾਹਰ ਜਾਣਾ ਹੈ। ਕਰਮ ਕਰਨ ਤੋਂ ਪਹਿਲਾਂ ਜੇਕਰ ਆਪਾਂ ਸਾਰਾ ਪਰਿਵਾਰ ਇਸੇ ਤਰ੍ਹਾਂ ਵਾਹਿਗੁਰੂ ਗੁਰਮੰਤਰ ਦਾ ਆਸਰਾ ਲੈ ਕੇ ਜਾਪ ਕਰੀਏ, ਵੀ ਮਾਇਆ ਦੇ ਦੇਸ਼ ਦੇ ਵਿੱਚ ਕਰਮ ਸ਼ੁਰੂ ਹੋਣ ਲੱਗਾ ਹੈ। ਰਾਤ ਨੂੰ ਤਾਂ ਆਪਾਂ ਇਸ ਸਰੀਰ ਤੋਂ ਵੱਖ ਹੋ ਜਾਂਦੇ ਆ, ਸਰੀਰ ਮੰਜੇ ਤੇ ਪਿਆ ਰਹਿੰਦਾ, ਬੈੱਡ ਤੇ ਪਿਆ ਰਹਿੰਦਾ, ਮਨ ਵਿੱਚੋਂ ਵੱਖ ਹੋ ਜਾਂਦਾ, ਮਨ ਸੁੰਨ ਵਿੱਚ ਚਲਿਆ ਜਾਂਦਾ, ਸਹਿਜ ਵਿੱਚ ਚਲਿਆ ਜਾਂਦਾ। ਸਵੇਰੇ ਜਦੋਂ ਮਨ ਇਸ ਸਰੀਰ ਦੇ ਵਿੱਚ ਆ ਗਿਆ, ਫਿਰ ਕਰਮ ਸ਼ੁਰੂ ਹੋਣਾ। ਉਹ ਤੋਂ ਪਹਿਲਾਂ ਆਪਾਂ ਸਿਮਰਨ ਕਰ ਲਿਆ ਵੀ ਹੁਣ ਕਰਮ ਸ਼ੁਰੂ ਹੋਣਾ, ਵੀ ਕਿਸੇ ਤਰ੍ਹਾਂ ਕੋਈ ਦਿੱਕਤ ਨਾ ਆ ਜਾਵੇ। ਆਓ ਆਪਾਂ ਰਲ ਕੇ ਅਭਿਆਸ ਕਰ ਲਈਏ। ਉਸ ਤੋਂ ਉਪਰੰਤ ਸਾਰਾ ਦਿਨ ਆਪਾਂ ਕਰਮ ਕਰਦਿਆਂ ਨਾਲ ਨਾਲ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ, ਸੁੱਤੇ ਹੋਏ ਮਨ ਨੂੰ ਜਗਾਈ ਜਾਣਾ ਹੁੰਦਾ। ਮਨ ਵਿਚਾਰਾਂ ਵਿੱਚ ਸੌ ਜਾਂਦਾ ਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਨਾਲ ਨਾਲ ਕੰਮ ਕਰੀ ਜਾਣਾ, ਨਾਲ ਨਾਲ ਗੁਰਮੰਤਰ ਦਾ ਅਭਿਆਸ ਕਰਨਾ। ਫਿਰ ਜਦੋਂ ਅਸੀਂ ਕਰਮ ਤੋਂ ਵਿਹਲੇ ਹੋ ਕੇ ਆ ਗਏ, ਸਾਰੀ ਦਿਹਾੜੀ ਕੰਮ ਕਰਦੇ ਆ, ਕੋਈ ਮਨ ਤੇ ਵਿਚਾਰ ਮੈਲ ਫੁਰਨੇ ਦੀ ਮੈਲ ਚੜ੍ਹੀ ਜਾਂਦੀ ਹੈ। ਸ਼ਾਮ ਨੂੰ ਫਿਰ ਆਪਾਂ ਪਰਿਵਾਰ ਦੇ ਵਿੱਚ ਇਕੱਤਰ ਹੋ ਕੇ ਸਾਰਿਆਂ ਨੇ ਰਲ ਕੇ ਫਿਰ ਸ਼ਾਮ ਨੂੰ ਵਾਹਿਗੁਰੂ ਵਾਹਿਗੁਰੂ ਪ੍ਰਸ਼ਾਦਾ ਪਾਣੀ ਛਕਿਆ, ਆਪਦੇ ਸਰੀਰ ਦੀ ਸੰਭਾਲਣਾ ਕੀਤੀ, ਨੀਂਦ ਵਿੱਚ ਜਾਣਾ, ਫਿਰ ਆਪਦਾ ਫਿਰ ਸਿਮਰਨ ਕਰ ਲਿਆ। ਉਸ ਪਰਿਵਾਰ ਦੇ ਵਿੱਚ ਚਾਹੇ ਪਿਤਾ ਤਮੋਗੁਣ ਤੋਂ ਆਇਆ, ਚਾਹੇ ਮਾਤਾ ਦਾ ਸੁਭਾਅ ਆਇਆ, ਚਾਹੇ ਬੇਟੇ ਦਾ ਸੁਭਾਅ, ਜਿਸ ਦਾ ਮਰਜ਼ੀ ਜੋ ਸੁਭਾਅ ਹੋਵੇ, ਪਰ ਜਿੱਥੇ ਸਿਮਰਨ ਸ਼ੁਰੂ ਹੋ ਗਿਆ ਉਹ ਕਲੇਸ਼ ਨਹੀਂ ਪੈਂਦਾ ਉਸ ਪਰਿਵਾਰ 'ਚ। ਤੇ ਜੇ ਪਰਿਵਾਰ ਰਲ ਕੇ ਜ਼ਿਆਦਾ ਦੇਰ ਸਿਮਰਨ ਕਰਨ ਲੱਗ ਗਿਆ, ਤੇ ਜੇ ਕੋਈ ਪਰਿਵਾਰਕ ਜੀ ਨਸ਼ਾ ਕਰਦਾ ਹੈ, ਸ਼ਰਾਬ ਹੈ, ਅੱਜ ਘਰ ਘਰ ਦੇ ਵਿੱਚ ਬਹੁਤ ਵਿਰਲੇ ਘਰ ਬਚੇ ਨੇ, ਪੋਸਤ ਅਫੀਮ ਵਰਗੇ ਨਸ਼ੇ ਆ ਘਰ ਘਰ ਦੇ ਵਿੱਚ, ਤੇ ਉਹ ਸਾਰੀ ਦਿਹਾੜੀ ਪਹਿਲੋਂ ਕਰਮ ਕਰਦੇ ਆ, ਫਿਰ ਸ਼ਾਮ ਨੂੰ ਆ ਕੇ ਜ਼ਹਿਰ ਪੀ ਲੈਂਦੇ ਆ, ਤੇ ਫਿਰ ਉਸ ਤੋਂ ਬਾਅਦ ਕਲੇਸ਼ ਕਰਦੇ, ਦੁਬਿਧਾ ਕਰਦੇ। ਤੇ ਜਦੋਂ ਇਸ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਇੱਕ ਟੀਮ ਰੂਪ ਦੇ ਵਿੱਚ ਸਿਮਰਨ ਸ਼ੁਰੂ ਹੋ ਜਾਂਦਾ ਹੈ, ਇੱਕ ਤਾਂ ਪਰਿਵਾਰ ਦਾ ਤਪਾਕ ਬਣਦਾ ਹੈ, ਦੂਸਰਾ ਜਿਹੜਾ ਜਦੋਂ ਇੱਕ ਘਰ ਦੇ ਵਿੱਚ ਪਾਵਰ ਬਣਨ ਲੱਗ ਗਈ, ਸਿਮਰਨ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਸਿਮਰਨ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਮਨ ਦੇ ਵਿੱਚ ਕਮਜ਼ੋਰੀ ਹੋਏਗੀ, ਮਨ ਕਮਜ਼ੋਰ ਹੋ ਕੇ ਅੰਦਰੋਂ ਨਸ਼ੇ ਦੀ ਮੰਗ ਕਰਦਾ। ਨਸ਼ਾ ਜਦੋਂ ਹੱਦ ਤੋਂ ਜ਼ਿਆਦਾ ਵੱਧ ਜਾਂਦਾ ਹੈ, ਉਹਦਾ ਕਾਰਨ ਇਹ ਆ ਵੀ ਅੰਦਰੋਂ ਮਨ ਦੀ ਤ੍ਰਿਸ਼ਨਾ ਜਿਵੇਂ ਜਿਵੇਂ ਵੱਧਦੀ ਹੈ। ਮਨ ਕਹਿੰਦਾ ਵੀ ਮੈਂ 1000 ਕਮਾਉਣਾ, ਮੈਂ 10,000 ਕਮਾਵਾਂ, ਮੈਂ ਲੱਖ ਕਮਾਵਾਂ, ਜਾਂ ਮੇਰੇ ਪਰਿਵਾਰ ਦੇ ਆ ਹਾਲਾਤ ਸੁਧਰ ਜਾਣ, ਛੇਤੀ ਨਾਲ ਆ ਮੇਰਾ ਕੰਮ ਬਣ ਜਾਏ, ਛੇਤੀ ਨਾਲ ਆ ਬਣ ਜਾਏ। ਉਨੀ ਛੇਤੀ ਜਦੋਂ ਕੰਮ ਨਹੀਂ ਬਣਦਾ, ਵਿਚਾਰਾਂ ਦੀ ਅਗਨ ਵੱਧਦੀ ਹੈ, ਫਿਰ ਉਹ ਅਗਨ ਨੂੰ ਖਤਮ ਕਰਨ ਦੇ ਲਈ ਨਸ਼ਾ ਪੀਂਦਾ। ਹੱਲ ਤਾਂ ਉਹਦਾ ਨਹੀਂ ਹੈਗਾ। ਜਦੋਂ ਮਨ ਦੇ ਉੱਪਰ ਫੁਰਨਿਆਂ ਦਾ ਦਬਾਅ ਬਣ ਗਿਆ, ਬਈ ਆਹ ਕੰਮ ਬਣਦਾ ਕਿਉਂ ਨਹੀਂ ਪਿਆ, ਬਣਨਾ ਚਾਹੀਦਾ ਇਸ ਤਰ੍ਹਾਂ ਇਸ ਤਰ੍ਹਾਂ, ਉਹ ਫਿਰ ਨਸਾਂ ਦੇ ਉੱਪਰ ਲੋੜ ਆਉਂਦਾ, ਉਹ ਨਸਾਂ ਦੇ ਲੋੜ ਨੂੰ ਖਤਮ ਕਰਨ ਦੇ ਲਈ ਨਸ਼ਾ ਲੈਂਦਾ। ਉਹ 5-7 ਘੰਟੇ ਜਿੰਨੀ ਦੇਰ ਤੱਕ ਉਸ ਜ਼ਹਿਰ ਦੇ ਵਿੱਚ ਜਾਨ ਹੈ, ਉਹ ਸਾਡੇ ਦਿਮਾਗ ਦੇ ਨਸਾਂ ਦੇ ਸੈੱਲ ਨੂੰ ਸੁੰਨ ਕਰ ਦਿੰਦੀ ਹੈ। ਉਸ ਤੋਂ ਬਾਅਦ ਦੁੱਗਣਾ ਫਿਰ ਚੱਲ ਪੈਂਦਾ, ਫਿਰ ਪੀਂਦਾ। ਹੁਣ ਉਹ ਕੀ ਹੈ ਵੀ ਸਰੀਰ ਵੀ ਆਪ ਦਾ, ਸਵਾਸ ਵੀ ਆਪ ਦੇ, ਉਧਰੋਂ ਸਵਾਸਾਂ ਨੂੰ ਤਾਂ ਵਿਚਾਰਾਂ ਵਿੱਚ ਖਤਮ ਕਰ ਰਿਹਾ, ਸਰੀਰ ਨੂੰ ਜ਼ਹਿਰ ਨਾਲ ਖਤਮ ਕਰ ਰਿਹਾ, ਦੋਨੋਂ ਪਾਸੋਂ ਘਾਟਾ। ਹੁਣ ਹੌਲੀ ਹੌਲੀ ਕੀ ਹੈ ਵੀ ਜਿਹੜੀ
खेत शरीर जो बीजे सो अंत खलोया है, जमीन है ये शरीर नूं जमीन का नाम दिता। जिन्ने अपने सवास हुंदे आ ਉਹਦੇ ਹਿਸਾਬ ਦੇ ਨਾਲ ਇਸ ਖੇਤ ਨੂੰ ਤਿਆਰ ਕੀਤਾ ਗਿਆ ਵੀ 60 ਸਾਲ 50 ਸਾਲ 40 ਸਾਲ ਮਾਲਕ ਨੇ ਆਪਾਂ ਨੂੰ ਦੇ ਕੇ ਭੇਜਿਆ। ਇੰਨੀ ਤੇਰੀ ਸਵਾਸਾਂ ਦੀ ਮਿਆਦ ਹੈ, ਤੇਰੇ ਸਰੀਰ 'ਚ ਇੰਨੀ ਕੁ ਜਾਨ ਹੈ, ਤੈਨੂੰ ਬਹੁਤ ਹੈ, ਤੈਨੂੰ ਕੋਈ ਦਿੱਕਤ ਹੀ ਨਹੀਂ ਆਉਂਦੀ, ਤੂੰ ਚਲਾ ਜਾ। ਜਿਵੇਂ ਆਪਾਂ ਕਿਸੇ ਨੇ ਲੰਮੇ ਸਫ਼ਰ ਤੇ ਜਾਣਾ, 8 ਦਿਨ ਜਾਣਾ, 10 ਦਿਨ ਜਾਣਾ, ਉਨੀਆਂ ਕੁ ਰੋਟੀਆਂ ਉਨਾ ਕੁ ਦੁੱਧ ਆਪਾਂ ਨਾਲ ਪਾ ਲੈਂਦੇ ਹਾਂ ਵੀ ਇੰਨੀ ਦਿੱਕਤ ਹੀ ਨਹੀਂ ਆਉਂਦੀ, ਔੜ ਹੀ ਨਹੀਂ ਆਉਂਦੀ। ਜਾਓ ਸਫ਼ਰ ਤੇ ਜਾਣਾ, ਜੇ ਫਿਰ ਵੀ ਕੋਈ ਉੱਥੇ ਤੁਹਾਨੂੰ ਦਿੱਕਤ ਆਵੇ ਸੰਸਾਰ ਵਿੱਚ ਜਾ ਕੇ, ਜਦੋਂ ਮਰਜ਼ੀ ਧਿਆਨ ਦੇ ਵਿੱਚ 10ਵੇਂ ਘਰ ਦੇ ਵਿੱਚ ਬੈਠ ਕੇ ਮੇਰੇ ਨਾਲ ਵਿਚਾਰ ਕਰ ਲਿਆ। ਹੁਣ ਉਹ ਜਿਹੜਾ ਸਾਨੂੰ ਰਾਸ਼ਨ ਬੰਨ੍ਹ ਕੇ ਦਿੱਤਾ ਹੈ ਸਵਾਸਾਂ ਦੇ ਨਾਲ, ਇਹ ਸਰੀਰ, ਹੱਡੀਆਂ ਦੀ, ਨਾੜੀਆਂ ਦੀ ਜਾਨ ਸਾਡੇ ਕਰਮਾਂ ਦੇ ਮੁਤਾਬਕ, ਉਹ ਆਪਾਂ ਨਸ਼ੇ ਦੇ ਨਾਲ ਉਸ ਨੂੰ ਬੂਸਟ ਕਰ ਕਰਕੇ, ਨਸ਼ੇ ਦੇ ਨਾਲ ਉਹਨੂੰ ਵਧਾ ਵਧਾ ਕੇ ਐਡਵਾਂਸ ਖਾ ਲਿਆ। ਮਾਲਕ ਨੂੰ ਪਤਾ ਗਿਣਤੀ ਦੇ ਸਾਹ ਨੇ, ਉਸ ਹਿਸਾਬ ਨਾਲ ਸਾਡੀ ਜ਼ਿੰਦਗੀ ਸੈੱਟ ਕੀਤੀ ਹੈ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਈ ਕਬੱਡੀ ਦੇ ਪਲੇਅਰ ਹੁੰਦੇ ਆ, ਕਈ ਵੇਟ ਲਿਫਟਰ ਹੁੰਦੇ ਆ, ਉਹ ਟੀਕੇ ਲਾ ਲਾ ਕੇ ਪਹਿਲੋਂ ਹੱਡੀਆਂ 'ਚੋਂ ਜਾਨ ਕੱਢ ਲੈਂਦੇ ਆ, ਮੁੜ ਕੇ ਉਸ ਤੋਂ ਬਾਅਦ ਸਰੀਰ ਖੜ ਜਾਂਦਾ। ਇਸ ਤਰ੍ਹਾਂ ਨਸ਼ੇ ਦੇ ਨਾਲ ਜਾਨ ਕੱਢ ਲਈ, ਫਿਰ ਨਸ਼ਾ ਕੀ ਅਸਰ ਕਰੇਗਾ 10 ਸਾਲ 20 ਸਾਲ 25 ਸਾਲ 30 ਸਾਲ। ਫਿਰ ਕਹਿੰਦਾ ਜੀ ਨਸ਼ਾ ਚੰਗਾ ਨਹੀਂ ਆਉਂਦਾ, ਪਹਿਲੋਂ ਬੜਾ ਨਸ਼ਾ ਵਧੀਆ ਸੀ, ਪਹਿਲੋਂ ਸ਼ਰਾਬ ਬੜੀ ਵਧੀਆ ਸੀ, ਪਹਿਲੋਂ ਪੋਸਟ ਬੜੀ ਵਧੀਆ ਸੀ। ਉਹ ਨਸ਼ਾ ਤਾਂ ਉਹੀ ਹੈ, ਤੇਰਾ ਸਰੀਰ ਗਲ ਗਿਆ। ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਉਹ ਕਹਿੰਦੇ ਸਾਨੂੰ ਤਾਂ ਬਹੁਤ ਅਸਰ ਕਰਦਾ, ਕਹਿੰਦਾ ਮੈਨੂੰ ਤਾਂ ਨਹੀਂ ਅਸਰ ਕਰਦਾ, ਨਸ਼ਾ ਨਹੀਂ ਚੰਗਾ ਆਉਂਦਾ। ਨਸ਼ਾ ਨਹੀਂ, ਨਸ਼ਾ ਤਾਂ ਸਹੀ ਹੈ, ਉਹ ਤਾਂ ਨਸ਼ਾ ਤਾਂ ਜ਼ਹਿਰ ਹੈ, ਜ਼ਹਿਰ ਤਾਂ ਜ਼ਹਿਰ ਹੈ, ਜ਼ਹਿਰ ਚੰਗੀ ਮਾੜੀ ਕੀ ਹੁੰਦੀ, ਤੇਰਾ ਸਰੀਰ ਖਤਮ ਹੋ ਗਿਆ। ਉਹ ਜਿਹੜੀਆਂ ਰਗਾਂ ਦੇ ਵਿੱਚ ਜਾਨ ਸੀ ਹੌਲੀ ਹੌਲੀ ਖਿੱਚ ਲਈ, ਹੌਲੀ ਹੌਲੀ ਕਰਦਿਆਂ 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 ਨਸ਼ਾ ਸਰੀਰ ਖਤਮ ਕਰ ਦਿੰਦਾ। ਦੁੱਗਣੇ ਚੌਗਣੇ ਫੁਰਨੇ ਵੱਧਦੇ, ਉਧਰੋਂ ਗਰਮੈਸ਼ ਨਾਲ ਕ੍ਰੋਧ ਇੰਨਾ ਵੱਧਦਾ ਹੈ, ਕ੍ਰੋਧ ਦੇ ਨਾਲ ਬਲੱਡ ਪ੍ਰੈਸ਼ਰ ਵਰਗੀਆਂ, ਸ਼ੂਗਰ ਵਰਗੀਆਂ ਹੋਰ ਬਿਮਾਰੀਆਂ ਲੱਗ ਜਾਂਦੀਆਂ। ਦੂਸਰੇ ਨੂੰ ਫਿਰ ਉਹਦਾ ਜਿੰਮਾ ਦਿੰਦਾ, ਤੁਹਾਡੇ ਕਰਕੇ ਆ ਇਸ ਤਰ੍ਹਾਂ ਕੀਤਾ, ਤੁਹਾਡੇ ਕਰਕੇ ਮੈਂ ਇਸ ਤਰ੍ਹਾਂ ਕੀਤਾ। ਖਤਮ ਆਪ ਹੋਇਆ ਤੇ ਸਾਰਾ ਸੰਸਾਰ ਐਵੇਂ ਗਰਕਦਾ ਪਿਆ 99%। ਕੋਈ ਤੁਹਾਡੇ ਵਰਗਾ ਕੋਈ ਗੁਰਮੁਖ ਵਿਰਲਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ ਹੋਇਆ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ, ਉਹ ਤਾਂ ਬਚਿਆ ਹੋਇਆ। ਕਿਉਂ? ਗੁਰਮੁਖ ਕਹਿੰਦੇ ਨੇ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾ। ਇਹ ਤਾਂ ਪਾਰ ਬ੍ਰਹਮ ਦੀ ਸ਼ਰਨ 'ਚ ਰਹਿੰਦੇ ਆ, ਸਾਨੂੰ ਤੱਤੀ ਵਾਹ ਨਹੀਂ ਲੱਗਦੀ। ਚੁਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ। ਉਹ ਸਵੇਰੇ ਸ਼ਾਮ ਆਪ ਦਾ ਸਿਮਰਨ ਕਰਕੇ ਰੱਖਿਆ ਚੱਕਰ ਬਣਾਉਂਦੇ ਆ। ਚਲੋ ਮਾੜਾ ਹੋ ਗਿਆ ਤਾਂ ਵੀ ਮਾਲਕ ਨੂੰ ਬੇਨਤੀ, ਤੇ ਚੰਗਾ ਹੋ ਗਿਆ ਤੇ ਤਾਂ ਵੀ ਸ਼ੁਕਰਾਨਾ। ਸੱਚਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵੀ ਅਗਣਤ ਭਰੇ ਭੰਡਾਰ। ਤੇ ਜਿਹੜਾ ਮਨਮੁਖ ਏ, ਮਨਮੁਖਾ ਤੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਉਹ ਨਹੀਂ ਇਹਨਾਂ ਦੇ ਵਿੱਚ ਆਉਂਦਾ। ਉਹ ਪਹਿਲਾਂ ਤਾਂ ਮਜ਼ਾਕ ਕਰਦਾ ਵੀ ਤੁਹਾਨੂੰ ਵੈਗਰੂ ਕਰਨਾ, ਤੁਸੀਂ ਦਾੜੀਆਂ ਰੱਖੀਆਂ, ਤੁਹਾਡੇ ਸਰੀਰ ਕਹੇ ਜੇ ਆ, ਤੁਹਾਡਾ ਖਾਣਾ ਕਹੇ ਜੇ। ਗੁਰਮੁਖ ਅੰਦਰ ਸਹਿਜ ਹੁੰਦੀ, ਉਹ 10-20 ਸਾਲ ਉਹਦਾ ਮਜ਼ਾਕ ਸਹਿ ਲੈਂਦੇ ਨੇ। ਫਿਰ ਜਦੋਂ ਉਹ ਪੱਤਣ ਦੇ ਵਿੱਚ ਆਉਂਦਾ, ਉਹ ਆਂਦਾ ਹੁਣ ਤੂੰ ਦੱਸ, ਪਹਿਲੋਂ ਤੂੰ ਨਹੀਂ ਨਸ਼ੇ ਨੂੰ ਛੱਡਿਆ, ਹੁਣ ਨਸ਼ਾ ਤੈਨੂੰ ਨਹੀਂ ਛੱਡਦਾ। ਫਿਰ ਕਹਿੰਦਾ ਮੈਨੂੰ ਛਡਾਓ ਜੀ, ਮੈਨੂੰ ਲੈ ਜਾਓ ਹਸਪਤਾਲ, ਲੈ ਜਾਓ ਡਾਕਟਰਾਂ ਪਾਸ ਲੈ ਜਾਓ। ਪਹਿਲੋਂ ਤੁਸੀਂ ਨਹੀਂ ਛੱਡਿਆ, ਹੁਣ ਉਹ ਨਹੀਂ ਤੁਹਾਨੂੰ ਛੱਡਦਾ। ਸੋ ਇਸ ਤਰ੍ਹਾਂ ਕਰਕੇ ਕਾਲ ਜਿਹੜਾ ਹੈ ਉਹ ਆਪ ਤਾਂ ਖੜਾ ਹੀ ਜਿੱਤ ਜਾਂਦਾ ਆ, ਸਾਨੂੰ ਵਿਚਾਰਾਂ ਵਿੱਚ ਹੀ ਐਸਾ ਉਲਝਾ ਦਿੰਦਾ। ਕਾਲ ਨੂੰ ਤਾਂ ਸਾਡੇ ਉੱਤੇ ਹਮਲਾ ਕਰਨ ਦੀ ਲੋੜ ਹੀ ਨਹੀਂ ਹੈ। ਉਹ ਤ੍ਰਿਸ਼ਨਾ ਸੰਸੇ ਫੁਰਨੇ ਐਸੇ ਅੰਦਰ ਚਲਾ ਦਿੰਦਾ, ਉਹ ਆਪਾਂ ਆਪ ਹੀ ਹਾਰ ਜਾਂਦੇ। ਆਪਾਂ ਆਪ ਹੀ ਆਪਦੇ ਸਰੀਰ ਨੂੰ ਵੀ ਖਤਮ ਕਰ ਲਿਆ, ਮਨ ਨੂੰ ਵੀ ਖਤਮ ਕਰ ਲਿਆ। ਉਹਨਾਂ ਨਾਲੋਂ ਨਾਲ ਸਾਡਾ ਲੇਖਾ ਲਿਖੀ ਜਾਣਾ ਵੀ ਆਹ ਸਵਾਸ ਇੰਨੇ ਇੱਥੇ ਖਤਮ ਕੀਤੇ, ਇੰਨੇ ਅਕਾਮ ਦੇ ਵਿੱਚ ਕੀਤੇ, ਇੰਨੇ ਤ੍ਰਿਸ਼ਨਾ ਵਿੱਚ ਕੀਤੇ, ਇੰਨੇ ਪਰ ਤ੍ਰੀ ਪਰ ਰੂਪ ਵਿੱਚ ਕੀਤੇ। ਸਾਰਾ ਬੇਸ਼ੱਕ ਤੁਸੀਂ ਲਿਖੋ ਨਾ ਲਿਖੋ, ਤੁਸੀਂ ਰੱਬ ਨੂੰ ਮੰਨੋ ਨਾ ਮੰਨੋ, ਲੇਖੇ ਨੂੰ ਮੰਨੋ ਨਾ ਮੰਨੋ, ਪਰ ਕੁਦਰਤ ਸਭ ਨੋਟ ਕਰਦੀ ਪਈ। ਤੁਹਾਡੇ ਨਾਮ ਮੰਨਿਆ ਕਿਹੜਾ ਲੇਖਾ ਨਹੀਂ ਲਿਖਿਆ ਜਾਣਾ, ਨਾ ਮੰਨ। ਜਦੋਂ ਸਵਾਸਾਂ ਦਾ ਧਨ ਖਤਮ ਹੋਇਆ, ਸਰੀਰ ਦੇ ਵਿੱਚੋਂ ਮਨ ਨੂੰ ਵੱਖ ਕੀਤਾ, ਤੇ ਫਿਰ ਕਹਿੰਦੇ ਇਹ ਆਪਦੇ ਆਪ ਨੂੰ ਬੜਾ ਸੁਹੱਪਣ ਦੇ ਵਿੱਚ ਰੱਖਦਾ ਸੀ ਜੀ, ਆਪਦੇ ਉੱਪਰ ਨਹੀਂ ਗਿਣਦਾ। ਜੋ ਜਾਣੇ ਮੈਂ ਜੋ ਬਣਵੰਤ, ਸੋ ਹੋਵਤ ਬਿਸ਼ਟਾ ਕਰ ਜੰਤ।
ਆਪਦੇ ਆਪ ਨੂੰ ਕਰਮਾਂ ਵਾਲਾ ਕਹਾਉਂਦਾ ਸੀ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪੁਰਮਾਵੈ। ਅੰਤਕਾਲ ਤੱਕ ਇਹ ਆਪਦੀ ਲక్ష్ਮੀ ਨੂੰ, ਮਾਇਆ ਨੂੰ, ਆਪਦੇ ਘਰ ਨੂੰ ਸਿਮਰਦਾ ਰਿਹਾ। ਅੰਤਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੇਜੈ ਮਰੈ, ਸਰਪ ਜੋਨ ਵਲ ਵਲ ਉਤਰੈ। ਅੰਤਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮੇਜੇ ਮਰੈ, ਪ੍ਰੇਤ ਜੋਨ ਵਲ ਵਲ ਉਤਰੈ। ਅੰਤਕਾਲ ਜੇ ਲੜਕੇ ਸਿਮਰੈ, ਐਸੀ ਚਿੰਤਾ ਮੇਜੇ ਮਰੈ, ਬੇਸਵਾ ਜੋਨ ਵਲ ਵਲ ਉਤਰੈ। ਮਹਾਰਾਜ ਨੇ ਵਿਧਾਨ ਦੱਸਿਆ ਹੋਇਆ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਪਰਿਵਾਰ ਆਪ ਦੇ ਆਪ ਨੂੰ ਨਹੀਂ ਸੰਭਾਲਦਾ, ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦਾ, ਪ੍ਰਭ ਦੀ ਸ਼ਰਨ ਦੇ ਵਿੱਚ ਨਹੀਂ ਆਉਂਦਾ, ਪਾਰ ਬ੍ਰਹਮ ਦੀ ਸਰਨਾਈ ਨਹੀਂ ਪ੍ਰਾਪਤ ਕਰਦਾ, ਸੰਗਤ 'ਚ ਨਹੀਂ ਆਉਂਦਾ, ਉਹ ਇਸੇ ਤਰ੍ਹਾਂ ਜਿਹੜਾ ਮਾਲਕ ਨੇ ਰਿਜ਼ਕ ਦਿੱਤਾ ਹੈ ਉਹਨੂੰ ਪਤਾ ਹੀ ਨਹੀਂ ਵੀ ਇਸ ਰਿਜ਼ਕ ਦਾ ਮੈਂ ਜਿਹੜਾ ਹੈ ਇਸਤੇਮਾਲ ਕਿਵੇਂ ਕਰਨਾ। ਉਹ ਸੋਚਦਾ ਵੀ ਜਿੰਨਾ ਮਹਿੰਗਾ ਨਸ਼ਾ ਪੀਵਾਂਗਾ ਮੇਰੀ ਸ਼ਾਨ ਹੋਵੇਗੀ, ਮੈਂ ਇੰਨੇ ਹਜ਼ਾਰ ਵਾਲਾ ਇੰਨੇ ਲੱਖ ਵਾਲਾ ਨਸ਼ਾ ਪੀਣਾ, ਮੈਂ ਇੰਨੇ ਹਜ਼ਾਰ ਇੰਨੇ ਲੱਖ ਵਾਲੇ ਮਕਾਨ 'ਚ ਰਹਿਣਾ। ਉਹ ਨਸ਼ਾ ਹੀ ਜ਼ਹਿਰ, ਜਿਹੜੀ ਇਹ ਜ਼ਹਿਰ ਨੇ ਤਾਂ ਮਾਰਨਾ ਹੀ, ਸਸਤੀ ਪਾ ਲਓ ਮਹਿੰਗੀ ਪਾ ਲਓ, ਉਸੇ 'ਚ ਹੀ ਆਪਦੀ ਵਡਿਆਈ ਸੋਚਦਾ। ਉਹ ਕਾਮ ਪਰਤਰੀ ਪਰ ਰੂਪ ਦੇ ਵਿੱਚ ਮਸਤ ਹੋ ਕੇ ਉਸੇ 'ਚ ਹੀ ਆਪਦੀ ਵਡਿਆਈ ਸੋਚਦਾ। ਇਹ ਨਹੀਂ ਪਤਾ ਵੀ ਇਹ ਕੰਮ ਤਾਂ ਜਿਹੜਾ ਹੈ ਸੂਕਰਾਂ ਤੋਂ ਵੀ ਮਾੜਾ ਹੈ। ਕੁੱਤਿਆਂ ਤੋਂ ਵੀ ਮਾੜਾ ਕੰਮ ਹੈ, ਨੀਚ ਕੰਮ ਹੈ। ਕੁੱਤੇ ਨੂੰ ਕਾਮ ਦੀ ਅਵਸਥਾ ਦਾ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਕਹਿੰਦੇ ਤੂੰ ਕੁੱਤੇ ਦੀ ਨਿਆਈ ਹੋ ਗਿਆ, ਤੈਨੂੰ ਵੀ ਕਾਮ ਦੀ ਪਤਾ ਨਹੀਂ ਲੱਗਦਾ। ਲੋਭੀ ਜੰਤ ਨਾ ਜਾਣੀ, ਭਖ ਅਪਖ ਸਭ ਖਾਏ। ਜਿਵੇਂ ਕੁੱਤਾ ਹੋ ਗਿਆ ਕਿ ਜੇ ਕਿਸੇ ਨੇ 2 ਰੋਟੀਆਂ ਪਾਤੀਆਂ, ਉਧਰ ਨੂੰ ਜਾਏਗਾ, ਇਹਨੇ ਨੂੰ ਕੋ ਤੂਆ ਕਰਕੇ 4 ਪਾ ਦੇ, ਉਧਰ ਭੱਜ ਪੈਂਦਾ, ਉਹਨੇ ਡਬਲਮੈਂਟ ਹੋ ਜਾਂਦਾ ਵੀ ਪਹਿਲਾਂ ਉਹ ਖਾਵਾਂ ਕਿ ਉਹ ਖਾਵਾਂ। ਇਸ ਤਰ੍ਹਾਂ ਸਾਡਾ ਜਿੱਧਰੋਂ ਕੋ ਪੈਸੇ ਦੀ ਜਾਂ ਕੋਈ ਲੋਭ ਦੀ ਹਵਾ ਆਵੇ, ਡਬਲਮੈਂਟ ਹੋ ਜਾਂਦਾ, ਪਹਿਲਾਂ ਆਹ ਕਰੀਏ ਕਿ ਆਹ ਕਰੀਏ। ਗੁਰੂ ਵਾਲਾ ਤਾਂ ਖੇਲ ਸਾਰਾ ਹੀ ਭੁੱਲਿਆ ਹੋਇਆ। ਇਸ ਕਰਕੇ ਸਾਡੇ ਤਰਸਯੋਗ ਹਾਲਾਤ ਨੂੰ ਦੇਖਦਿਆਂ ਹੋਇਆਂ ਮਹਾਰਾਜ ਨੇ ਸੰਗਤ ਦਾ ਪ੍ਰਬੰਧ ਕੀਤਾ ਹੈ ਵੀ ਇਹਨਾਂ ਨੂੰ ਕਿਸੇ ਤਰੀਕੇ ਸਮਝਾਇਆ ਜਾਏ। ਵੈਸੇ ਤਾਂ ਉਹਨਾਂ ਨੇ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤਾਂ ਹੀ ਲਿਖੀ ਸੀ ਵੀ ਰੋਜ਼ ਦਾ ਰੋਜ਼ ਨਿਯਮ ਬਣਾਇਆ, ਗੁਰਦੁਆਰਾ ਸਾਹਿਬ ਸਕੂਲ ਖੋਲ੍ਹੇ ਸਾਡੇ ਵਾਸਤੇ, ਬ੍ਰਹਮ ਦੇ ਸਕੂਲ ਨੇ, ਪੜ੍ਹਨਗੇ ਜਾਣਗੇ, ਜਾਂ ਖੁਸ਼ੀ ਮੌਕੇ ਦੁੱਖ ਦੇ ਮੌਕੇ ਤੇ ਐਸਾ ਪ੍ਰਬੰਧ ਗੁਰੂ ਸਾਹਿਬ ਨੇ ਬਣਾਇਆ ਵੀ ਗੁਰੂ ਗ੍ਰੰਥ ਸਾਹਿਬ ਪਹਿਲਾਂ ਲਿਆਓ, ਖੁਸ਼ੀ ਦਾ ਮੌਕਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਲਿਆਓ, ਪਾਠ ਰਖਾਓ, ਬਾਣੀ ਵਿਚਾਰੋ, ਸਾਰੇ ਰਿਸ਼ਤੇਦਾਰ ਇਕੱਠੇ ਹੋਵੋ। ਜੇ ਕੋਈ ਗਮੀ ਦਾ ਮੌਕਾ ਹੈ ਤਾਂ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਆਓ, ਪਾਠ ਰਖਾਓ। ਉਹ ਸਾਰਾ ਪ੍ਰਬੰਧ ਤਾਂ ਹੀ ਕੀਤਾ। ਖੁਸ਼ੀ ਮੌਕੇ ਗਮੀ ਮੌਕੇ ਉਵੇਂ ਸਾਡੇ ਨਿਯਮ ਬਣਾ ਦਿੱਤੇ ਵੀ ਇੱਕ ਟਾਈਮ ਸਵੇਰੇ ਗੁਰਦੁਆਰਾ ਸਾਹਿਬ ਜਾਣਾ, ਇੱਕ ਟਾਈਮ ਸ਼ਾਮ ਨੂੰ ਜਾਣਾ, ਸਵੇਰੇ ਨਿਤਨੇਮ ਕਰਨਾ, ਸ਼ਾਮ ਨੂੰ ਰਹਿ ਰਾਸ ਕਰਨੀ, ਰਾਤ ਨੂੰ ਸੋਹਿਲਾ ਕਰਨਾ, ਫਿਰ ਪੂਰਬ ਮਨਾ ਦਿੱਤੇ, ਫਿਰ ਸੰਗਰਾਂਦ, ਮੱਸਿਆ ਦਿਹਾੜੇ। ਇਹ ਸਾਰਾ ਸਾਨੂੰ ਬੰਨ੍ਹ ਕੇ ਰੱਖਿਆ ਸੀ ਵੀ ਬਾਣੀ ਦੇ ਨਾਲ ਜੁੜੇ ਰਹਿਣਗੇ, ਧੋਖਾ ਨਾ ਖਾਣਗੇ। ਇਹਦਾ ਪ੍ਰਬੰਧ ਤਾਂ ਹੀ ਕੀਤਾ। ਹੁਣ ਉਹ ਆਪਾਂ ਮੱਥਾ ਟੇਕਣ ਤੱਕ ਸੀਮਿਤ ਹੋ ਗਏ ਆ। ਗੁਰਬਾਣੀ ਦੀ ਵਿਆਖਿਆ ਨਾ ਕੋਈ ਕਰਦਾ, ਨਾ ਕੋਈ ਕਰਕੇ ਸੁਣਾਉਂਦਾ। ਬਹੁਤ ਵਿਰਲੇ ਗੁਰਮੁਖ ਨੇ ਕੋਈ ਜਿਹੜੇ ਅਭਿਆਸੀ ਨੇ, ਵਿਚਾਰੀ ਜਾਂਦੇ ਨੇ। ਗੁਰਬਾਣੀ ਦੀ ਵਿਆਖਿਆ ਬੰਦ ਹੋ ਗਈ ਤੇ ਉਸ ਤੋਂ ਬਾਅਦ ਮੱਥਾ ਟੇਕਣ ਤੱਕ ਸੀਮਿਤ ਰਹਿ ਗਏ। ਹਾਂ, ਜੇ ਕੋਈ ਦਿੱਕਤ ਹੈ, ਜੇ ਕੋਈ ਬਾਹਰ ਦਾ ਵੀਜ਼ਾ ਨਹੀਂ ਲੱਗਦਾ, ਸਰੀਰ ਨੂੰ ਦਿੱਕਤ ਆ ਗਈ, ਬੱਚਿਆਂ ਦਾ ਕੰਮ ਨਹੀਂ ਬਣਦਾ, ਉਹ ਕੋ ਸਾਡੇ ਵਰਗੇ ਗੁਰਮੁਖ ਨੂੰ ਕਹਿੰਦੇ ਨੇ ਵੀ ਆਹ ਲੈ ਲਓ ਜੀ 11,000 ਰੁਪਏ ਸਾਡਾ ਪਾਠ ਕਰ ਦਿਓ, ਆਹ ਲੈ ਲਓ ਜੀ 20,000 ਰੁਪਈਆ ਲੈ ਲਓ, ਸਾਡੀ ਅਰਦਾਸ ਕਰ ਦਿਓ। ਅਰਦਾਸ ਕਰਕੇ ਹੁਕਮਨਾਮਾ ਫੋਨ ਤੇ ਭੇਜ ਦਿਆ, ਜੋ ਆਇਆ ਸੀ ਦੱਸ ਦਿਆ, ਚੰਗਾ ਆਇਆ ਸੀ ਮਾੜਾ ਆਇਆ ਸੀ। ਬਾ ਇੱਥੋਂ ਤੱਕ ਸੀਮਿਤ ਰਹਿ ਗਿਆ। ਵੱਧ ਕਰਨਗੇ ਸਵੇਰੇ ਦਰਬਾਰ ਸਾਹਿਬ ਤੇ ਵੇਖ ਲੈਣਗੇ ਅੱਜ ਹੁਕਮਨਾਮਾ ਚੰਗਾ ਆਇਆ ਕਿ ਮਾੜਾ ਆਇਆ। ਹੁਣ ਬਾਣੀ ਨੂੰ ਡਿਵੀਜ਼ਨਾਂ ਦੇ ਵਿੱਚ ਵੰਡਤਾ। ਜੇ ਤਾਂ ਆ ਗਿਆ ਚੰਗਾ ਤਾਤੀ ਵਾਹ ਨਾਲ ਲੱਗ ਗਈ, ਜੇ ਆ ਗਿਆ ਪਾਰ ਬ੍ਰਹਮ ਸਰਨਾਈ, ਜੇ ਆ ਗਿਆ ਪ੍ਰਭ ਕੀ ਸ਼ਰਨ ਸਗਲ ਭੈਲਾ, ਤੇ ਫੇਰ ਤਾਂ ਲੱਗ ਗਿਆ ਵੀਜ਼ਾ, ਬੱਲੇ ਬੱਲੇ। ਜੇ ਕਿਤੇ ਐਲਾਣੀਆਂ ਵਿੱਚੋਂ ਆ ਗਿਆ, ਰਾਮਕਲੀ ਸੱਦ ਵਿੱਚੋਂ ਆ ਗਿਆ, ਫੇਰ ਆਂਦੇ ਨਹੀਂ ਅੱਜ ਨਹੀਂ, ਕੋਈ ਗੱਲ ਨਹੀਂ ਬਣੀ। ਆਪੇ ਹੀ ਮਤਲਬ ਆਪੇ ਹੀ ਵੰਡੇਰੀਆਂ ਪਾਈਆਂ, ਆਪੇ ਹੀ ਸਾਰਾ। ਗੁਰੂ ਸਾਹਿਬ ਤਾਂ ਇਹੋ ਜਿਹਾ ਕੁਛ ਨਹੀਂ ਕਹਿੰਦੇ, ਇਹ ਸਾਡੇ ਵਿਧਾਨ ਚਲਾਏ ਹੋਏ। ਉਹ ਕੋ ਫਿਰ ਅਗਿਆਨੀ ਸਨ ਤੇ ਉਹਨੇ ਵੇਖਿਆ ਵੀ ਅਗਿਆਨਤਾ ਵਿੱਚ ਫਿਰਦੇ ਆ, ਕਿਉਂ ਨਾ ਇਹਨਾਂ ਦੀ ਅਗਿਆਨਤਾ ਦਾ ਫਾਇਦਾ ਚੁੱਕੀਏ। ਆਂਦੇ ਤੁਹਾਨੂੰ ਇੰਨਾ ਆਹ ਮੰਤਰ ਦੇ ਦਿੰਦੇ ਆ, ਇੰਨਾ ਜਾਪ ਕਰ ਦਿਓ, 100 ਮਾਲਾ ਫੇਰ ਦਿਓ, 1000 ਫੇਰ ਦਿਓ, ਜਾਂ 4 ਮੱਸਿਆ ਇੱਥੇ ਆਪਣੇ ਅਸਥਾਨ ਤੇ ਆਓ, ਇੱਥੇ ਝਾੜੂ ਦੀ ਸੇਵਾ ਕਰਿਆ ਕਰੋ, 5 ਵੀਰਵਾਰ ਇੱਥੇ ਆ ਜਾਓ, ਸਵਾ ਮਣੀ ਲਾ ਦਿਓ, ਇੰਨੀ ਚਾਦਰ ਦਾ ਥਾਨ ਲਾ ਦਿਓ, ਅਗਰ ਤੁਹਾਡਾ ਕੰਮ ਬਣ ਜਾਏ।
ਆਪਾਂ ਨੇ ਬਾਬਾ ਜੀ ਕੰਮ ਬਣਨ ਨਾਲ ਮਤਲਬ ਇਹ ਬਸ ਤੁਹਾਡੇ ਹੀ ਹੈ। ਉਹ ਜਦੋਂ ਮੰਤਰ ਜਾਪ ਕਰਨਾ, ਉਹਨੇ ਮਾਲਾ ਫੇਰਨੀ ਜਾਂ ਜੋ ਵੀ ਕਰਨਾ, ਉਹਦੇ ਨਾਲ ਜਿੰਨਾ ਥੋੜਾ ਥੋੜਾ ਮਨ ਇਕਾਗਰ ਹੁੰਦਾ, ਇਕਾਗਰ ਹੋ ਕੇ ਥੋੜੇ ਜਿਹੇ ਸਵਾਸ ਜਮ੍ਹਾਂ ਹੁੰਦੇ ਆ, ਜਿਹੜਾ ਰੁਕਿਆ ਹੋਇਆ ਕਰਮ ਆ, ਜਦੋਂ ਉਹਦੇ ਬਰਾਬਰ ਸਵਾਸ ਜਮ੍ਹਾਂ ਹੋ ਗਏ ਉਹ ਕੰਮ ਬਣ ਜਾਂਦਾ। ਆਪ ਹੀ ਬਣਾਉਨੇ ਆਪਾਂ। ਉਹ ਆਂਦੇ ਬਾਬਾ ਜੀ ਦੀ ਬੜੀ ਕਿਰਪਾ ਹੈ, ਇਹਨਾਂ ਸਾਨੂੰ ਮੰਤਰ ਦਿੱਤਾ ਸੀ, ਮੈਂ ਤਾਂ 11 ਦਿਨ ਜਪਣ ਲਈ ਆਖਿਆ ਸੀ, ਮੇਰਾ ਤਾਂ 4 ਦਿਨਾਂ 'ਚ ਕੰਮ ਬਣ ਗਿਆ। ਉਹ ਵਿਧਾਨ ਹੈ, ਜਦੋਂ ਆਪਾਂ ਕਿਸੇ ਚੀਜ਼ ਨੂੰ ਧਾਰਨ ਕਰਕੇ ਸਿਮਰਨ ਕਰਾਂਗੇ, ਉਹਦੇ ਬਰਾਬਰ ਜਦੋਂ ਸਵਾਸ ਜਮ੍ਹਾਂ ਹੋ ਗਿਆ ਉਹ ਕਰਮ ਬਣ ਜਾਏਗਾ। ਠੀਕ ਹੈ, ਉਹਦੇ ਵਿੱਚ ਬਾਬਾ ਜੀ ਜੈ ਜੈਕਾਰ ਹੋ ਗਈ। ਜੇ 4 ਵੀਰਵਾਰ ਸੁੱਖ ਲੈ ਘਰੋਂ ਚੱਲੇ, ਵੀਰਵਾਰ ਆ ਗਿਆ, ਅੱਜ ਉੱਥੇ ਜਾਣਾ, ਧਿਆਨ ਦੇ ਵਿੱਚ ਰੱਖਿਆ, ਉਹ ਥੋੜੇ ਜਿਹੇ ਵਿਚਾਰ ਰੁਕਦੇ ਆ ਸਾਡੇ ਉਹਨੇ ਸਮੇਂ। ਔਰ ਉੱਥੇ ਪੱਥਰ 'ਚ ਮੜੀ ਦੇ ਵਿੱਚ ਕੁਝ ਨਹੀਂ ਪਿਆ, ਚਾਹੇ ਉਹਨਾਂ ਚੌਰਸ ਕਰਕੇ ਬਣਾਈ, ਚਾਹੇ ਉਹਨੂੰ ਰੰਗ ਕੇ ਬਣਾਇਆ, ਚਾਹੇ ਉਹ ਕਹਿੰਦੇ ਆ ਵੀ ਇਹ ਫਲਾਣਾ ਪੀਰ ਆ, ਫਲਾਣਾ, ਕੁਝ ਨਹੀਂ ਹੈਗਾ ਉਹਦੇ 'ਚ। ਅਸੀਂ ਜਦੋਂ ਉਹਦਾ ਧਿਆਨ ਲੈ ਲਿਆ, ਉਹਦਾ ਧਿਆਨ ਲੈਣ ਨਾਲ ਸਾਡਾ ਵਿਚਾਰ ਰੁਕ ਜਾਂਦਾ ਹੈ। ਜਦੋਂ ਸਾਡੀ ਸ਼ਰਧਾ ਬਣ ਗਈ, ਸਾਡਾ ਮਨ ਰੁਕ ਗਿਆ। ਹੁਣ ਉਹ ਮਨ ਜਿੰਨਾ ਚਿਰ ਅਸੀਂ ਉਹਦਾ ਧਿਆਨ ਲੈ ਕੇ ਰੱਖਾਂਗੇ, 2 ਵੀਰਵਾਰ, 4 ਵੀਰਵਾਰ, 5 ਮੰਗਲਵਾਰ, 5 ਸ਼ਨੀਵਾਰ, ਉਹ ਸਵਾਸ ਉਹਨੇ ਕੁ ਰੁਕ ਜਾਂਦੇ ਨੇ ਧਿਆਨ ਦੇ ਵਿੱਚ। ਜਦੋਂ ਕੋਈ ਵਿਚਾਰ ਨਹੀਂ ਆਉਂਦਾ ਪਿਆ ਤੇ ਆਪਣਾ ਵਿਚਾਰਾਂ ਤੋਂ ਰਹਿਤ ਧਿਆਨ ਹੈ, ਉਹ ਜਿੰਨੇ ਸਵਾਸ ਆਏ ਉਹ ਜਮ੍ਹਾਂ ਹੋ ਜਾਂਦੇ ਆ। ਆਪਾਂ 5 ਵੀਰਵਾਰ, 7 ਵੀਰਵਾਰ, 10 ਵੀਰਵਾਰ ਲੰਘੇ, ਉਹਨੇ ਕੁ ਸਵਾਸ ਜਮ੍ਹਾਂ ਹੋ ਗਏ। ਇੱਧਰੋਂ ਆਪਾਂ ਬੇਨਤੀ ਕੀਤੀ, ਮੇਰਾ ਕੰਮ ਬਣ ਜਾਓ, ਬਣ ਜਾਏਗਾ। ਆਪਣੀ ਸ਼ਰਧਾ ਬਣ ਗਈ ਵੀ ਮੈਂ ਫਲਾਣੇ ਪਿੰਡ, ਇੱਥੋਂ ਹਰਿਆਣੇ ਦੇ ਵਿੱਚ ਇੱਕ ਬਾਬਾ ਜੀ ਦੀ ਖੇਤਾਂ 'ਚ ਰਹਿੰਦੇ ਆ, ਬਿਲਕੁਲ ਜੀ ਫੱਕਰ ਜਿਹਾ ਸਾਧ ਹੈ, ਬੜੀ ਕਿਰਪਾ ਉਹਦੇ ਤੇ, ਬੜੇ ਕੰਮ ਬਣਾਉਂਦਾ ਉਹ। ਜਿਹੜੀਆਂ ਕੁਰਬਾਨੀਆਂ ਹੋਈਆਂ ਨੇ ਇਹਨਾਂ ਪਿੱਛੇ, ਉਹ ਸਭ ਭੁੱਲ ਗਏ ਵੀ ਮਹਾਰਾਜ ਦੇ ਬੱਚੇ ਚਰਖੜੀਆਂ ਤੇ ਚੜੇ ਨੇ, ਉਹਨਾਂ ਦੇ ਬੱਚੇ ਚਰਾਏ ਗਏ ਨੇ। ਗੁਰੂ ਗ੍ਰੰਥ ਸਾਹਿਬ ਪਿੱਛੇ ਇੰਨੀਆਂ ਸ਼ਹੀਦੀਆਂ ਹੋਈਆਂ ਨੇ, ਬੰਦ ਕਟਵਾ ਦਿੱਤਾ, ਮੋਰਚੇ ਲੱਗੇ ਆ, ਰੇਲ ਗੱਡੀਆਂ ਭਰ ਕੇ ਲਾਸ਼ਾਂ ਦੀਆਂ ਉਹਨਾਂ ਨੇ ਭੇਜੀਆਂ। ਇਸ ਤੋਂ ਪਹਿਲਾਂ ਵੇਖੋ ਵੀ ਕਿੰਨੇ ਬੰਬਾਂ ਨਾਲ ਉਡਾਏ ਗਏ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਚਾਇਆ। ਇਹ ਸਭ ਭੁੱਲ ਗਏ, ਉਹ ਗੁਰਬਾਣੀ ਵਿਚਾਰਦੇ ਹੀ ਨਹੀਂ। ਮਹਾਰਾਜ ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ ਬਜਾਈ। ਸਾਡੇ ਤਾਂ ਜੀ 5 ਪੀੜ੍ਹੀਆਂ ਤੋਂ ਦੀਵਾ ਲੱਗਦਾ ਹੈ, ਸਾਡੇ ਬਜ਼ੁਰਗਾਂ ਦਾ ਦੀਵਾ ਲੱਗਦਾ ਹੈ, ਸਾਡੇ ਚਿਰਾਗ ਲੱਗਦੇ ਹੈ, ਸਾਰੇ ਇਸ ਤਰ੍ਹਾਂ ਅਗਿਆਨਤਾ 'ਚ ਹੈ। ਗੁਰਬਾਣੀ 'ਚ ਉਧਰੋਂ ਪੜ੍ਹ ਲੈਂਦੇ ਨੇ, ਨਾਮ ਤੇਰੇ ਕੀ ਜੋਤ ਲਗਾਈ। ਗੁਰਬਾਣੀ ਵਿੱਚ ਉਧਰੋਂ ਪੜ੍ਹ ਲੈਂਦੇ ਨੇ, ਮਨ ਮੰਦਰ ਤਨ ਵੇਸ, ਕਲੰਦਰ ਘਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤੈ ਬੌੜ ਜਨ ਨਾਵਾਂ। ਪਰ ਅਰਥ ਨਾ ਪਤਾ ਹੋਣ ਕਰਕੇ, ਸਿਮਰਨ ਨਾ ਹੋਣ ਕਰਕੇ, ਅੱਜ ਸਾਰੇ ਜੀਵ ਜਿਹੜੇ ਐ, ਕੁਛ ਵਿਰਲੇ ਗੁਰਮੁਖਾਂ ਨੂੰ ਛੱਡ ਕੇ ਅਗਿਆਨਤਾ ਵਿੱਚ ਚਲੇ ਗਏ, ਭਰਮ ਦੇ ਵਿੱਚ ਚਲੇ ਗਏ। ਆਪੋ ਆਪਦੀਆਂ ਪਾਰਟੀਆਂ, ਆਪੋ ਆਪਦੇ ਧੜੇ, ਆਪੋ ਆਪਦੇ ਬਾਬੇ। ਗੁਰੂ ਗ੍ਰੰਥ ਸਾਹਿਬ ਦਾ ਮਿਸ਼ਨ ਨਹੀਂ ਪੂਰਾ ਹੋਇਆ। ਫਿਰ ਉਹਨਾਂ ਸਾਡੇ ਤੇ ਤਰਸ ਕੀਤਾ, ਤਰਸ ਪਿਆ, ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਉਹਨਾਂ ਨੇ ਆਪਦੇ ਬੱਚੇ, ਗੁਰਮੁਖ, ਗੁਰਸਿੱਖ ਭਾਈ, ਸੰਤ ਸਾਧੂ, ਜੋ ਫਿਰ ਸਾਨੂੰ ਗੁਰਬਾਣੀ ਦੀ ਵਿਆਖਿਆ ਕਰਕੇ ਸੁਣਾਉਂਦੇ ਨੇ ਵੀ ਗੁਰਬਾਣੀ ਗੁਰੂ ਕੀ ਕਹਿੰਦੇ ਆ, ਵੀ ਆਪਣੇ ਵਿਗੜੇ ਹੋਏ ਕਾਰਜ ਕਿਵੇਂ ਬਣਨਗੇ। ਫਿਰ ਉਹ ਕੀ ਕਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਹੈ ਕਹਿੰਦੇ ਨਾ, ਪਰ ਰੋਜ਼ ਆਪਦੇ ਮੂੰਹੋਂ ਕਹਿੰਦੇ ਆ, ਪਰ ਰਹਿੰਦੇ ਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਹਾਰਨਾ। ਅਗਲਾ ਕੰਮ ਕੀ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਕਿਵੇਂ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਫੇਰ ਹੈ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ। ਇਹ ਆਪਾਂ ਕਹਿੰਦਾ ਮੇਰੇ ਬੱਚੇ, ਮਾਲਕ ਦੇ ਨਾਲ ਹਮੇਸ਼ਾ ਰਹੀਦਾ ਹੁੰਦਾ ਹੈ, ਤੇਰਾ ਕਾਰਜ ਵੀ ਬਣਾਏਗਾ, ਤੇਰੇ ਅੰਗੀਕਾਰ ਵੀ ਕਰੇਗਾ, ਤੇਰੇ ਸਾਰਾ ਸਭਨਾ ਗੱਲਾਂ ਸਮਰੱਥ ਹੈ ਉਹ। ਇਵੇਂ ਉਹਨਾਂ ਨੇ ਕਿਹਾ, ਕਹੇ ਨਾਨਕ ਮਨ ਮੇਰੇ। ਹੁਣ ਮਨ ਹਰੀ ਦੇ ਨਾਲ ਨਹੀਂ ਰਹਿੰਦਾ। ਹਰੀ ਦੇ ਨਾਲ ਰਹਿਣ ਦਾ ਕੀ ਤਰੀਕਾ ਹੈ? ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਚਿੱਤ ਕਰਕੇ ਹਰੀ ਦੇ ਨਾਲ ਰਹਿਣਾ ਬਸ। ਅੰਗ ਸੰਗ ਹੈ ਸਦਾ ਅੰਗ ਸੰਗੇ, ਅਪੰਗੰ ਵਿਭੂਤੇ।
ਸੋ ਇਸ ਤਰ੍ਹਾਂ ਤੁਸੀਂ ਜਿਹੜਾ ਆ ਸ਼ਬਦ ਹੈ ਸਾਨੂੰ ਮੂਰਖਾਂ ਨੂੰ, ਅਗਿਆਨੀਆਂ ਨੂੰ, ਜਿਨ੍ਹਾਂ ਨੂੰ ਕੋਈ ਗਿਆਨ ਨਹੀਂ, ਉਹਨਾਂ ਨੂੰ ਦਿੱਤਾ ਹੈ। ਆਪਾਂ ਮੁੱਖ ਦੁਆਰਾ ਵਾਹਿਗੁਰੂ ਨੂੰ ਬੋਲਣਾ ਹੈ, ਆਪ ਦੀ ਆਵਾਜ਼ ਨੂੰ ਸੁਣਨਾ ਹੈ। ਜਿਵੇਂ ਜਿਵੇਂ ਤੁਹਾਨੂੰ ਤਰੀਕਾ ਦੱਸ ਦਿੱਤਾ ਹੈ ਕਾਰਜ ਪੂਰੇ ਕਰਨ ਦਾ, ਜਿਵੇਂ ਜਿਵੇਂ ਸਿਮਰਨ ਕਰਕੇ ਸਵਾਸ ਜਮ੍ਹਾਂ ਕਰਵਾਓਗੇ, ਤੁਹਾਡੇ ਦੁਨਿਆਵੀ ਕਾਰਜ ਤਾਂ ਪੂਰੇ ਹੋਣ ਹੀ ਗਏ, ਪਰ ਜਿਹੜਾ ਇਹਦੇ ਵਿੱਚ ਸਾਡਾ ਜਨਮ ਮਰਨ ਦਾ ਜਿਹੜਾ ਦੁੱਖ ਨਹੀਂ ਕੱਟਿਆ ਗਿਆ, ਉਹ ਵੀ ਖਤਮ ਹੋ ਜਾਏਗਾ। ਇਹ ਇਲਾਹੀ ਕੰਮ ਵੀ ਪੂਰਾ ਕਰ ਦੇਗਾ। ਉਹ ਜਦੋਂ ਕੱਟਿਆ ਗਿਆ, ਉਹਦੀ ਨਿਸ਼ਾਨੀ ਤੁਹਾਡੇ ਅੰਦਰ ਅਨਹਦ ਬਾਣੀ ਵੱਜ ਪੈਣੀ ਹੈ ਤੇ ਰਸ ਆ ਜਾਣਾ। ਜਦੋਂ ਜਨਮ ਮਰਨ ਖਤਮ ਹੋ ਗਿਆ, ਉਹਦੀ ਨਿਸ਼ਾਨੀ ਕੀ ਹੈ? ਤੁਸੀਂ ਰੋਜ਼ ਪੜ੍ਹਦੇ ਹੋ, ਅਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਜਦੋਂ ਅਨਹਦ ਬਾਣੀ ਤੁਹਾਡੇ ਅੰਦਰ ਚੱਲ ਪਈ, ਵੱਡੇ ਭਾਗਾਂ ਵਾਲਿਓ, ਕਹਿੰਦੇ ਵੱਡੇ ਭਾਗਾਂ ਵਾਲੇ ਦੇ ਅੰਦਰ ਚੱਲਣੀ ਹੈ, ਕਹਿੰਦੇ ਸਾਰੇ ਮਨੋਰਥ ਪੂਰੇ ਹੋ ਜਾਣੇ ਆ। ਅਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੱਚੀ ਬਾਣੀ ਅੰਦਰੋਂ ਚੱਲਦੀ ਹੈ ਅਨਹਦ ਰੂਪ ਦੇ ਵਿੱਚ। ਉਹ ਸਿਮਰਨ ਕਰਨ ਦੇ ਨਾਲ ਜਿਵੇਂ ਜਿਵੇਂ ਸਾਡੇ ਸਵਾਸਾਂ ਦਾ ਧਨ ਜਮਾ ਹੋਏਗਾ, ਦੁਨਿਆਵੀ ਕਾਰਜ ਤਾਂ ਸਾਡੇ ਪੂਰੇ ਹੋਣਗੇ, ਸਾਡਾ ਇਲਾਹੀ ਕਾਰਜ ਵੀ ਪੂਰਾ ਹੋ ਜਾਏਗਾ। ਸੋ ਇਸੇ ਕਾਰਜ ਨੂੰ ਪੂਰਾ ਕਰਨ ਦੇ ਲਈ ਆਪਾਂ ਇਕੱਤਰ ਹੋਏ ਹਾਂ, ਆਪਾਂ ਨਾਮ ਸਿਮਰਨ ਦਾ ਅਭਿਆਸ ਕੀਤਾ ਹੈ। ਸੋ ਆਪਣੀ ਜਿਹੜੀ 7:30 ਤੋਂ 9 ਵਜੇ ਤੱਕ ਦੀ ਕਲਾਸ ਸੀ, ਇਹਦਾ ਸਮਾਂ ਸੰਪੂਰਨ ਹੋਇਆ ਹੈ। ਹੁਣ ਗੁਰਮੁਖ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ, ਉਸ ਤੋਂ ਉਪਰੰਤ ਅਰਦਾਸ ਹੁਕਮਨਾਮਾ ਸਾਹਿਬ ਜੀ ਹੋਏਗਾ, ਔਰ ਅੱਜ ਦੇ ਸਮਾਗਮ ਦੀ 1 ਰੋਜ਼ਾ ਸਮਾਗਮ ਦੀ ਸਮਾਪਤੀ ਹੋਏਗੀ।